BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਨਾਇਆਗਰਾ ਰੇਨਬੋ ਬ੍ਰਿਜ ਤੇ ਹੋਏ ਧਮਾਕੇ 'ਚ ਨਹੀਂ ਅੱਤਵਾਦ ਦਾ ਹੱਥ, FBI ਨੇ ਦਿੱਤੀ ਜਾਣਕਾਰੀ। ਇਜ਼ਰਾਈਲ ਗਾਜ਼ਾ ਯੁੱਧ ਤੋਂ ਬਾਅਦ ਟੋਰਾਂਟੋ ਵਿੱਚ ਨਫ਼ਰਤੀ ਅਪਰਾਧ ਦੀਆਂ ਰਿਪੋਰਟਾਂ ਵਿੱਚ ਹੋਇਆ ਵਾਧਾ, ਪੁਲਿਸ ਮੁਲਾਜ਼ਮ ਨੇ ਦਿੱਤੀ ਜਾਣਕਾਰੀ। ਕੋਰੋਨਾ ਤੋਂ ਬਾਅਦ ਚਾਈਨਾ 'ਚ ਫੈਲੀ ਇੱਕ ਹੋਰ ਮਹਾਮਾਰੀ, ਚੀਨ ਦੇ ਸਕੂਲਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਇੱਕ ਰਹੱਸਮਈ ਨਮੂਨੀਆ। ਡਬਲਿਨ ਸ਼ਹਿਰ 'ਚ ਚਾਕੂ ਦੇ ਹਮਲੇ ਵਿੱਚ 5 ਜ਼ਖਮੀ ਹੋਣ ਤੋਂ ਬਾਅਦ ਭੜਕਿਆ ਦੰਗਾ, ਪੁਲਿਸ ਨਾਲ ਹੋਈ ਝੜਪਾਂ। ਹੁਣ ਖਬਰਾਂ ਵਿਸਥਾਰ ਨਾਲ। ਲੰਘੇ ਬੁੱਧਵਾਰ ਨੂੰ ਨਾਇਆਗਰਾ ਰੇਨਬੋ ਬ੍ਰਿਜ ਤੇ ਹੋਏ ਧਮਾਕੇ ਤੋਂ ਬਾਅਦ ਕੁਝ ਚਸ਼ਮਦੀਦਾਂ ਦਾ ਬਿਆਨ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਇਸ ਧਮਾਕੇ ਦੇ ਦ੍ਰਿਸ਼ ਨੂੰ ਬੇहद ਭਿਆਨਕ ਦੱਸਿਆ। ਉੱਥੇ ਹੀ FBI ਨੇ ਇਸ ਧਮਾਕੇ ਵਿੱਚ ਅੱਤਵਾਦ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਗੱਡੀ ਕਥਿਤ ਤੌਰ ਤੇ ਕਾਬੂ ਤੋਂ ਬਾਹਰ ਹੋ ਗਈ ਅਤੇ ਪੁਲ ਦੇ ਅਮਰੀਕੀ ਪਾਸੇ ਤੇ ਵਿਸਫੋਟ ਦਾ ਕਾਰਨ ਬਣੀ ਅਤੇ ਜਾਂਚ ਕਰਨ ਤੋਂ ਬਾਅਦ ਹਾਦਸੇ ਦੇ ਮਲਬੇ ਵਿੱਚ ਵਿਸਫੋਟਕ ਸਮੱਗਰੀ ਦਾ ਕੋਈ ਸਬੂਤ ਨਹੀਂ ਮਿਲਿਆ। ਟੋਰਾਂਟੋ ਨਿਵਾਸੀ ਪਾਇਓਲਾ ਟਮਾਂਗ ਜਦੋਂ ਧਮਾਕਾ ਹੋਇਆ ਤਾਂ ਅਮਰੀਕਾ ਦੇ ਕਸਟਮ ਦਫ਼ਤਰ ਵਿੱਚ ਸੀ ਅਤੇ ਉਸਨੇ ਕਿਹਾ ਕਿ ਉਸਨੇ ਧਮਾਕੇ ਨਾਲ ਪੂਰੀ ਇਮਾਰਤ ਹਿੱਲ ਗਈ ਮਹਿਸੂਸ ਕੀਤੀ। ਉਸਨੇ ਕਿਹਾ ਕਿ ਇਹ ਧਮਾਕਾ ਭੂਚਾਲ ਵਰਗਾ ਮਹਿਸੂਸ ਹੋਇਆ। ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ ਡਰਾਈਵਰ ਅਤੇ ਸਵਾਰੀ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ, ਪਰ ਸੂਤਰਾਂ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਹੈ ਕਿ ਉਹ ਪਤੀ ਪਤਨੀ ਸਨ। US ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਕੈਮਰੇ ਦੀ ਫੁਟੇਜ ਜਾਰੀ ਕੀਤੀ ਹੈ, ਜਿਸ ਵਿੱਚ ਇੱਕ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਕਸਟਮ ਖੇਤਰ ਵਿੱਚ ਦਾਖਲ ਹੋ ਰਹੀ ਹੈ। ਵਾਹਨ ਇੱਕ ਮੀਡੀਅਨ ਨਾਲ ਜਾ ਟਕਰਾਉਂਦਾ ਹੈ ਅਤੇ ਫਿਰ ਹਵਾ 'ਚ ਉੱਡ ਜਾਂਦਾ ਹੈ, ਜਿੱਥੇ ਇਹ ਰਿਪੋਰਟ ਕੀਤੀ ਜਾਂਦੀ ਹੈ ਕਿ ਇਹ ਅੱਗ ਦੀਆਂ ਲਪਟਾਂ ਵਿੱਚ ਫਟਦੇ ਹੋਏ ਇੱਕ ਕਸਟਮ ਬੂਥ ਨਾਲ ਟਕਰਾ ਗਿਆ। ਇੱਕ ਗਵਾਹ ਦੁਆਰਾ ਲਈ ਗਈ ਇੱਕ ਵੱਖਰੀ ਵੀਡੀਓ ਵਿੱਚ ਦੁਰਘਟਨਾ ਤੋਂ ਬਾਅਦ ਦਾ ਨਤੀਜਾ ਦਿਖਾਇਆ ਗਿਆ ਹੈ, ਜਿਸ ਵਿੱਚ ਮਲਬੇ ਵਿੱਚੋਂ ਨਿਕਲਦਾ ਧੂਆਂ ਕਾਫੀ ਉੱਪਰ ਤੱਕ ਜਾਂਦਾ ਦਿਖਾਈ ਦਿੰਦਾ ਹੈ। ਦੋਵਾਂ ਗਵਾਹਾਂ ਨੇ ਸਿਟੀ ਨਿਊਜ਼ ਨੂੰ ਦੱਸਿਆ ਕਿ ਇੱਕ ਕਸਟਮ ਅਧਿਕਾਰੀ ਨੇ ਉਹਨਾਂ ਨੂੰ ਇਮਾਰਤ ਤੋਂ ਬਾਹਰ ਕੱਢਿਆ ਤੇ ਉਹਨਾਂ ਨੂੰ ਪੁਲ ਤੋਂ ਪਾਰ ਕੈਨੇਡਾ ਜਾਣ ਲਈ ਕਿਹਾ। ਉਹਨਾਂ ਨੂੰ ਕਿਹਾ ਗਿਆ ਸੀ ਕਿ ਜਦੋਂ ਤੱਕ ਸਰਹੱਦ ਮੁੜ ਨਹੀਂ ਖੁੱਲਦੀ, ਉਦੋਂ ਤੱਕ ਉਹਨਾਂ ਦੇ ਵਾਹਨ ਕਸਟਮ ਵਿੱਚ ਫਸੇ ਰਹਿਣਗੇ। ਇਸ ਘਟਨਾ ਨੇ ਸਰਹੱਦ ਦੇ ਦੋਵੇਂ ਪਾਸੇ ਸੁਰੱਖਿਆ ਅਲਰਟ ਬੰਦ ਕਰ ਦਿੱਤੇ ਸਨ ਅਤੇ ਬੁੱਧਵਾਰ ਦੁਪਹਿਰ ਨੂੰ ਨਾਇਆਗਰਾ ਖੇਤਰ ਵਿੱਚ ਅਤੇ ਪੱਛਮੀ ਨਿਊਯਾਰਕ ਦੇ ਵਿਚਕਾਰ ਸਾਰੇ 4 ਅੰਤਰਰਾਸ਼ਟਰੀ ਕ੍ਰਾਸਿੰਗ ਬੰਦ ਕਰ ਦਿੱਤੇ ਗਏ ਸਨ। ਰੇਨਬੋ ਬ੍ਰਿਜ ਇਕਲੌਤਾ ਕ੍ਰਾਸਿੰਗ ਹੈ ਜੋ ਬੰਦ ਰਹਿੰਦਾ ਹੈ। ਪੁਲ ਕਦੋਂ ਖੋਲ੍ਹਿਆ ਜਾਵੇਗਾ, ਇਸ ਬਾਰੇ ਅਧਿਕਾਰੀਆਂ ਵੱਲੋਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਟੋਰਾਂਟੋ ਦੇ ਇੱਕ ਪੁਲਿਸ ਮੁਖੀ ਮਾਇਰਨ ਡੈਮਕਿਊ ਦਾ ਬਿਆਨ ਸਾਹਮਣੇ ਆਇਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ 7 ਅਕਤੂਬਰ ਤੋਂ ਇਜ਼ਰਾਈਲ ਗਾਜ਼ਾ ਵਿੱਚ ਸ਼ੁਰੂ ਹੋਈ ਜੰਗ ਤੋਂ ਬਾਅਦ ਟੋਰਾਂਟੋ ਵਿੱਚ ਨਫ਼ਰਤੀ ਅਪਰਾਧਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ, ਜੋ ਕਿ ਇੱਕ ਚਿੰਤਾਜਨਕ ਰੁਝਾਨ ਹੈ। ਡੈਮਕਿਊ ਨੇ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਦੀ ਮੀਟਿੰਗ ਦੌਰਾਨ ਅਪਡੇਟ ਕੀਤੇ ਅੰਕੜੇ ਪ੍ਰਦਾਨ ਕੀਤੇ, ਜੋ ਇਸਲਾਮਫੋਬਿਕ ਅਤੇ ਯਹੂਦੀ ਵਿਰੋਧੀ ਨਫ਼ਰਤ ਅਪਰਾਧ ਦੋਵਾਂ ਘਟਨਾਵਾਂ ਵਿੱਚ ਮਹੱਤਵਪੂਰਨ ਵਾਧਾ ਦਰਸਾਉਂਦੇ ਹਨ। ਉਸਨੇ ਕਿਹਾ ਕਿ 7 ਅਕਤੂਬਰ ਤੋਂ ਇਸਲਾਮੋਫੋਬਿਕ ਜਾਂ ਫਿਲਸਤੀਨ ਵਿਰੋਧੀ ਨਫ਼ਰਤ ਅਪਰਾਧਾਂ ਦੀਆਂ 17 ਘਟਨਾਵਾਂ ਹੋਈਆਂ ਹਨ, ਜਦੋਂ ਕਿ 2022 ਦੀ ਉਸੇ ਸਮੇਂ ਦੌਰਾਨ ਸਿਰਫ ਇੱਕ ਘਟਨਾ ਦਰਜ ਕੀਤੀ ਗਈ ਸੀ। ਡੈਮਕਿਊ ਨੇ ਕਿਹਾ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਆਪਣੀ ਨਫ਼ਰਤ ਅਪਰਾਧ ਯੂਨਿਟ ਦਾ ਆਕਾਰ 6 ਤੋਂ ਵਧਾ ਕੇ 32 ਅਫਸਰਾਂ ਤੱਕ ਕਰ ਦਿੱਤਾ ਹੈ। ਉਸਨੇ ਕਿਹਾ ਕਿ ਵਿਸਤ੍ਰਿਤ ਯੂਨਿਟ ਦੇ ਮੈਂਬਰਾਂ ਨੇ ਬਦਲੇ ਵਿੱਚ 22 ਗ੍ਰਿਫਤਾਰੀਆਂ ਕੀਤੀਆਂ ਹਨ ਅਤੇ ਨਫ਼ਰਤ ਅਪਰਾਧ ਦੀਆਂ ਰਿਪੋਰਟਾਂ ਦੇ ਸੰਬੰਧ ਵਿੱਚ 58 ਦੋਸ਼ ਲਗਾਏ ਗਏ ਹਨ। ਡੈਮਕਿਊ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਮਾਮਲਿਆਂ 'ਚ ਸਭ ਤੋਂ ਆਮ ਦੋਸ਼ਾਂ ਵਿੱਚੋਂ ਧਮਕੀਆਂ ਦੇਣਾ, ਸ਼ਰਾਰਤ ਕਰਨ ਦੀ ਸਾਜ਼ਿਸ਼ ਅਤੇ ਹਥਿਆਰ ਨਾਲ ਹਮਲਾ ਕਰਨਾ ਸ਼ਾਮਲ ਹੈ। ਇਸ ਦੌਰਾਨ ਟੋਰਾਂਟੋ ਪੁਲਿਸ ਨੇ ਨਫ਼ਰਤ ਪ੍ਰੇਰਿਤ ਗ੍ਰੈਫਿਟੀ ਦੀਆਂ ਰਿਪੋਰਟ ਕੀਤੀਆਂ ਘਟਨਾਵਾਂ ਵਿੱਚ ਵੀ ਵਾਧਾ ਦੇਖਿਆ ਹੈ। 7 ਅਕਤੂਬਰ ਤੋਂ ਲੈ ਕੇ ਡੈਮਕਿਊ ਨੇ ਕਿਹਾ ਕਿ ਇੱਥੇ 280 ਨਫ਼ਰਤ ਦੀਆਂ ਗ੍ਰੈਫਿਟੀ ਘਟਨਾਵਾਂ ਹੋਈਆਂ ਹਨ, ਜੋ ਜਾਂ ਤਾਂ ਇਸਲਾਮੋਫੋਬਿਕ ਜਾਂ ਯਹੂਦੀ ਵਿਰੋਧੀ ਸਨ। ਉਸਨੇ ਕਿਹਾ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਸਿਰਫ 21 ਦੇ ਮੁਕਾਬਲੇ ਹੈ। ਕਿਊਬੈਕ ਦੀਆਂ ਜਨਤਕ ਖੇਤਰ ਦੀਆਂ ਯੂਨੀਅਨਸ ਦੀ ਇਸ ਮਹੀਨੇ ਦੇ ਸ਼ੁਰੂ ਵਿੱਚ ਹੜਤਾਲ ਦੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਪਹਿਲੀ ਵਾਰ ਕਿਊਬੈਕ ਦੇ ਪ੍ਰੀਮੀਅਰ ਫ੍ਰੈਂਕੋਇਸ ਲੀਗੋਲਟ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ ਆਪਣੀ ਸਰਕਾਰ ਦੀ ਪੇਸ਼ਕਸ਼ ਨੂੰ ਵਧਾਉਣ ਲਈ ਤਿਆਰ ਹਨ, ਪਰ ਉਹਨਾਂ ਨੇ ਕਿਹਾ ਕਿ ਯੂਨੀਅਨਸ ਨੂੰ ਵਧੇਰੇ ਫਲੈਕਸੀਬਿਲਿਟੀ ਦਿਖਾਉਣ ਦੀ ਜ਼ਰੂਰਤ ਹੈ, ਖਾਸ ਤੌਰ ਤੇ ਕੰਮ ਦੇ ਕਾਰਜਕ੍ਰਮ ਦੇ ਆਲੇ ਦੁਆਲੇ, ਇਹ ਜੋੜਦੇ ਹੋਏ ਕਿ ਗੱਲਬਾਤ ਦਾ ਮੌਜੂਦਾ ਦੌਰ ਸਿਹਤ ਅਤੇ ਸਿੱਖਿਆ ਨੈਟਵਰਕ ਦੇ ਭਵਿੱਖ ਅਤੇ ਕੁਸ਼ਲ ਸੇਵਾਵਾਂ ਪ੍ਰਦਾਨ ਕਰਨ ਦੀ ਉਹਨਾਂ ਦੀ ਯੋਗਤਾ ਲਈ ਨਿਰਣਾਇਕ ਹੋਵੇਗਾ। ਲੀਗੋਲਟ ਨੇ ਕਿਹਾ ਕਿ ਬਹੁਤ ਸਾਰੀਆਂ ਪਿਛਲੀਆਂ ਸਰਕਾਰਾਂ ਤਨਖਾਹਾਂ ਦੇ ਵਾਧੇ ਦੇ ਆਲੇ ਦੁਆਲੇ ਮੁੱਦਿਆਂ ਦਾ ਨਿਪਟਾਰਾ ਕਰਨ ਲਈ ਕਾਹਲੀ ਕਰਦੀਆਂ ਹਨ ਅਤੇ ਯੂਨੀਅਨਸ ਨੂੰ ਇਸ ਗੱਲ ਤੇ ਦਬਾਅ ਪਾਉਣ ਵਿੱਚ ਅਸਫਲ ਰਹੀਆਂ ਹਨ ਕਿ ਕੰਮ ਨੂੰ ਕਿਵੇਂ ਸੰਗਠਿਤ ਕੀਤਾ ਜਾਂਦਾ ਹੈ। ਲੀਗੋਲਟ ਨੇ ਕਿਹਾ ਕਿ ਫਲੈਕਸੀਬਿਲਿਟੀ ਅਗਸਤ ਦੀ ਬਜਾਏ ਮਈ ਵਿੱਚ ਕਲਾਸ ਅਸਾਈਨਮੈਂਟ ਨੂੰ ਸਵੀਕਾਰ ਕਰਨ ਵਾਲੇ ਅਧਿਆਪਕਾਂ ਦੇ ਰੂਪ ਵਿੱਚ ਆਉਂਦੀ ਹੈ। ਸਕੂਲ ਬੋਰਡਾਂ ਦੁਆਰਾ ਅਧਿਆਪਕਾਂ ਨੂੰ ਕਲਾਸਾਂ ਵਿੱਚ ਨਿਯੁਕਤ ਕਰਨ ਲਈ ਆਖਰੀ ਮਿੰਟ ਦੀ ਝੜਪ ਤੋਂ ਬਚਦੀ ਹੈ। ਅਗਸਤ ਵਿੱਚ ਕਿਊਬੈਕ ਸਕੂਲ ਸ਼ੁਰੂ ਹੋਣ ਤੋਂ ਹਫ਼ਤੇ ਪਹਿਲਾਂ ਹਜ਼ਾਰਾਂ ਅਧਿਆਪਕ ਲਾਪਤਾ ਸਨ, ਪਰ ਅਧਿਆਪਕਾਂ ਵੱਲੋਂ ਅਸਾਈਨਮੈਂਟਾਂ ਨੂੰ ਸਵੀਕਾਰ ਕਰਨ ਨਾਲ ਇਹ ਗਿਣਤੀ ਬਹੁਤ ਘਟ ਗਈ ਸੀ। ਨਰਸਾਂ ਲਈ ਫਲੈਕਸੀਬਿਲਿਟੀ ਬਾਰੇ ਗੱਲ ਕਰਦੇ ਹੋਏ ਪ੍ਰੀਮੀਅਰ ਲੀਗੋਲਟ ਨੇ ਕਿਹਾ ਕਿ ਉਦੋਂ ਆਉਂਦਾ ਹੈ ਜਦੋਂ ਸਿਹਤ ਅਧਿਕਾਰੀ ਨਰਸਾਂ ਨੂੰ ਅਨਇੱਛਤ ਸ਼ਿਫਟਾਂ ਜਿਵੇਂ ਕਿ ਰਾਤਾਂ, ਸ਼ਨੀਵਾਰ ਅਤੇ
ਅਤੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਲੈਣ ਲਈ ਵਾਧੂ ਭੁਗਤਾਨ ਕਰ ਸਕਦੇ ਹਨ। ਨਾਲ ਹੀ ਉਹਨਾਂ ਨੇ ਕਿਹਾ ਕਿ ਵੱਖ-ਵੱਖ ਹਸਪਤਾਲਾਂ ਵਿੱਚ ਨਰਸਾਂ ਨੂੰ ਨਿਯੁਕਤ ਕਰਨਾ ਸੌਖਾ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 4 ਯੂਨੀਅਨਸ ਜੋ ਉਹਨਾਂ ਦੇ ਸ਼ੁਰੂਆਤੀ ਅੱਖਰਾਂ ਦੁਆਰਾ ਜਾਣੀਆਂ ਜਾਂਦੀਆਂ ਹਨ, ਜਿਵੇਂ ਕਿ CSQ, CSN, APTS ਅਤੇ FTQ ਨੇ ਮੋਰਚੇ ਦਾ ਗਠਨ ਕੀਤਾ ਹੈ, ਜਿਸ ਨੂੰ ਉਹ ਸਾਂਝਾ ਮੋਰਚਾ ਕਹਿੰਦੇ ਹਨ ਅਤੇ ਇਕੱਠੇ ਹੜਤਾਲ ਕਰ ਰਹੇ ਹਨ। ਇਹ ਯੂਨੀਅਨ ਸਿਹਤ, ਸਿੱਖਿਆ ਅਤੇ ਸਮਾਜਿਕ ਸੇਵਾਵਾਂ ਦੇ ਖੇਤਰਾਂ ਵਿੱਚ ਲਗਭਗ 420,000 ਮੈਂਬਰਾਂ ਦੀ ਨੁਮਾਇੰਦਗੀ ਕਰਦੀਆਂ ਹਨ। 6 ਨਵੰਬਰ ਨੂੰ ਇੱਕ ਦਿਨ ਦੀ ਹੜਤਾਲ ਤੋਂ ਬਾਅਦ ਵੀ ਬੀਤੇ ਦਿਨ 3 ਦਿਨ ਦੀ ਹੜਤਾਲ ਦਾ ਆਖਰੀ ਦਿਨ ਸੀ। ਯੂਕਰੇਨ ਅਤੇ ਰਸ਼ੀਆ ਵਿਚਾਲੇ ਚੱਲ ਰਹੀ ਜੰਗ ਵਿਚਕਾਰ ਐਲਬਰਟਾ ਦੇ ਇੱਕ ਪੈਰਾਮੈਡਿਕ ਦੀ ਡਿਊਟੀ ਦੌਰਾਨ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ 34 ਸਾਲਾਂ ਦੇ ਜੋਸ਼ੂਆ ਮਾਕਮੀਅਰਸ ਦੀ ਮੌਤ ਹੋ ਗਈ ਸੀ। ਜੋਸ਼ੂਆ ਮਾਕਮੀਅਰਸ ਨੇ ਯੂਕਰੇਨ ਵਿੱਚ ਚੱਲ ਰਹੀ ਜੰਗ ਵਿੱਚ ਡਾਕਟਰ ਵਜੋਂ ਸੇਵਾ ਕਰਨ ਲਈ ਸਤੰਬਰ ਵਿੱਚ ਕੈਨੇਡਾ ਛੱਡ ਦਿੱਤਾ ਸੀ ਅਤੇ ਉਹ 10 ਨਵੰਬਰ ਨੂੰ ਕਾਰਵਾਈ ਦੌਰਾਨ ਮਾਰਿਆ ਗਿਆ। ਜੋਸ਼ੂਆ ਮਾਕਮੀਅਰਸ ਦੀ ਮਾਂ ਐਰਵਿਨ ਮੀਅਰਸ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਇੱਕ ਦੇਖਭਾਲ ਕਰਨ ਵਾਲਾ ਵਿਅਕਤੀ ਸੀ ਅਤੇ ਦੁਨੀਆ ਵਿੱਚ ਇੱਕ ਫਰਕ ਲਿਆਉਣਾ ਚਾਹੁੰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਮੀਅਰਸ ਦੀ ਮੌਤ ਬਾਰੇ ਵੇਰਵੇ ਬਹੁਤ ਘੱਟ ਹਨ, ਪਰ ਮੰਨਿਆ ਜਾਂਦਾ ਹੈ ਕਿ ਉਸ ਨੂੰ ਪੂਰਬੀ ਯੂਕਰੇਨ ਦੇ ਬਖਮੁਤ ਸ਼ਹਿਰ ਦੇ ਨੇੜੇ ਮਾਰਿਆ ਗਿਆ। ਗਲੋਬਲ ਅਫੇਅਰਸ ਕੈਨੇਡਾ ਗੋਪਨੀਯਤਾ ਦੀਆਂ ਚਿੰਤਾਵਾਂ ਦੇ ਕਾਰਨ ਮੀਅਰਸ ਦੀ ਮੌਤ ਦੀ ਪੁਸ਼ਟੀ ਕਰਨ ਵਿੱਚ ਅਸਮਰਥ ਸੀ, ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਯੂਕਰੇਨ ਵਿੱਚ ਇੱਕ ਕੈਨੇਡੀਅਨ ਨਾਲ ਜੁੜੀ ਘਟਨਾ ਤੋਂ ਜਾਣੂ ਹਨ। ਜੋਸ਼ ਦੀ ਮੌਤ ਦੇ ਬਿਆਨ ਵਿੱਚ ਮੀਅਰਸ ਦੇ ਪਰਿਵਾਰ ਨੇ ਕਿਹਾ ਕਿ ਉਹ ਇੱਕ ਪ੍ਰਾਇਮਰੀ ਕੇਅਰ ਪੈਰਾਮੈਡਿਕ ਅਤੇ ਬਾਅਦ ਵਿੱਚ ਇੱਕ ਐਡਵਾਂਸ ਕੇਅਰ ਪੈਰਾਮੈਡਿਕ ਬਣਨ ਤੋਂ ਬਾਅਦ ਪਹਿਲਾਂ ਇੱਕ ਲਾਈਫਗਾਰਡ ਵਜੋਂ ਸ਼ੁਰੂ ਕਰਦੇ ਹੋਏ ਆਪਣੀ ਜ਼ਿੰਦਗੀ ਦੌਰਾਨ ਹਮੇਸ਼ਾ ਲੋਕਾਂ ਦੀ ਮਦਦ ਕਰਦਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਲਗਭਗ 10 ਸਾਲਾਂ ਤੱਕ ਐਲਬਰਟਾ ਹੈਲਥ ਸਰਵਿਸਿਜ਼ ਲਈ ਕੰਮ ਕਰਨ ਤੋਂ ਬਾਅਦ ਜੋਸ਼ ਨੇ ਮਹਿਸੂਸ ਕੀਤਾ ਕਿ ਉਹ ਹੁਣ ਲੋਕਾਂ ਦੀ ਉਸ ਤਰੀਕੇ ਨਾਲ ਮਦਦ ਕਰਨ ਲਈ ਲੋੜੀਂਦਾ ਕੰਮ ਨਹੀਂ ਕਰ ਰਿਹਾ ਸੀ ਜਿਸ ਤਰ੍ਹਾਂ ਉਹ ਚਾਹੁੰਦਾ ਸੀ ਅਤੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਤੋਂ ਪ੍ਰੇਰਿਤ ਹੋ ਕੇ ਉੱਥੇ ਸੇਵਾ ਕਰਨ ਲਈ ਚਲਾ ਗਿਆ ਸੀ। ਆਪਣੀ ਪਤਨੀ, ਪਰਿਵਾਰ ਅਤੇ ਦੋਸਤਾਂ ਦੇ ਪਿਆਰ ਨਾਲ ਜੋ ਸਤੰਬਰ 2023 ਵਿੱਚ ਯੂਕਰੇਨ ਲਈ ਰਵਾਨਾ ਹੋ ਗਿਆ। ਗਲੋਬਲ ਅਫੇਅਰਸ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡੀਅਨ ਅਧਿਕਾਰੀ ਯੂਕਰੇਨ ਦੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਦੇ ਰਹਿੰਦੇ ਹਨ, ਸਥਾਨਕ ਅਧਿਕਾਰੀਆਂ ਨਾਲ ਜੁੜੇ ਰਹੇ ਹਨ ਅਤੇ ਕੌਂਸਲਰ ਸਹਾਇਤਾ ਪ੍ਰਦਾਨ ਕਰ ਰਹੇ ਹਨ। ਪਰਿਵਾਰ ਨੂੰ ਪੱਕਾ ਪਤਾ ਨਹੀਂ ਹੈ ਕਿ ਉਹ ਮੀਅਰਸ ਦੀ ਦੇਹ ਨੂੰ ਕੈਨੇਡਾ ਵਾਪਸ ਲਿਆਉਣ ਦੇ ਯੋਗ ਹੋਣਗੇ ਜਾਂ ਨਹੀਂ, ਪਰ ਅਗਲੇ ਹਫ਼ਤੇ ਐਡਮਿੰਟਨ ਵਿੱਚ ਸੈਲੀਬ੍ਰੇਸ਼ਨ ਆਫ ਲਾਈਫ ਮਨਾਉਣ ਦੀ ਯੋਜਨਾ ਕੀਤੀ ਜਾ ਰਹੀ ਹੈ। ਓਟਵਾ ਦੇ ਸੈਂਟਰ ਪੁਆਇੰਟ ਇਲਾਕੇ ਵਿੱਚ ਤੜਕੇ ਗੋਲੀਬਾਰੀ ਦੇ ਬਾਅਦ ਇੱਕ 28 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਹੋਰ ਵਿਅਕਤੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਦਾਖਲ ਹੈ। ਐਮਰਜੈਂਸੀ ਅਮਲੇ ਨੇ ਹੇਮਿੰਗਵੁੱਡ ਵੇ ਤੋਂ ਦੂਰ ਟ੍ਰੈਫਿਕ ਕੋਰਟ ਤੇ ਗੋਲੀ ਚਲਾਉਣ ਦੀ ਕਾਲ ਦਾ ਜਵਾਬ ਦਿੱਤਾ। ਓਟਵਾ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੀੜਤ ਦੀ ਪਛਾਣ 28 ਸਾਲਾ ਵੈਂਡੇ ਮੰਗਾ ਵਜੋਂ ਹੋਈ ਹੈ। ਪੈਰਾਮੈਡਿਕਸ ਨੇ ਦੂਜੇ ਪੀੜਤ ਜੋ ਕਿ 28 ਸਾਲਾ ਵਿਅਕਤੀ ਹੈ, ਜਾਨਲੇਵਾ ਸੱਟਾਂ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਕਿਹਾ ਕਿ ਉਹ ਗੰਭੀਰ ਹਾਲਤ ਵਿੱਚ ਹੈ। ਓਟਵਾ ਪੁਲਿਸ ਹੋਮਿਸਾਈਡ यूनिट कतल की जांच जारी रख रही है। फिलहाल गोलीबारी के संबंध में कोई गिरफ्तारी नहीं की गई, पर पुलिस ने कहा है कि जांच जारी है और पुलिस किसी भी चश्मदीद गवाह नूं अगे आउण लई कह रही है। जांचकर्तावां दा मनना है कि यह घटना टारगेटेड सी। किसी भी व्यक्ति नूं जानकारी दे नाल ओटवा पुलिस होमिसाइड यूनिट नूं संपर्क करन लई कहा गया है। पुलिस खेतर दे सैल फोन, डैश कैम जां सुरक्षा वीडियो वाले किसी भी व्यक्ति नूं जांचकर्तावां नाल संपर्क करन लई अपील कर रही है। ਯੋਕਵਿਲੇ ਵਿੱਚ ਇੱਕ ਪ੍ਰਮੁੱਖ ਬੁੱਕ ਸਟੋਰ ਚੇਨ ਵਿੱਚ ਨਫ਼ਰਤ ਤੋਂ ਪ੍ਰੇਰਿਤ ਸ਼ਰਾਰਤੀ ਜਾਂਚ ਦੇ ਸੰਬੰਧ ਵਿੱਚ ਹੁਣ 11 ਲੋਕਾਂ ਨੂੰ ਚਾਰਜ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਟੋਰਾਂਟੋ ਪੁਲਿਸ ਵੱਲੋਂ ਦਿੱਤੀ ਗਈ ਹੈ। ਪੁਲਿਸ ਦੇ ਮੁਤਾਬਕ ਅਧਿਕਾਰੀਆਂ ਨੂੰ 10 ਨਵੰਬਰ ਨੂੰ ਬੇ ਅਤੇ ਬਲੋਰ ਸਟਰੀਟ ਦੇ ਖੇਤਰ ਵਿੱਚ ਇੱਕ ਸ਼ਰਾਰਤੀ ਅਨਸਰਾਂ ਦੀ ਕਾਲ ਲਈ ਬੁਲਾਇਆ ਗਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਸ਼ੱਕੀ ਲੋਕਾਂ ਦੇ ਇੱਕ ਸਮੂਹ ਨੇ ਖਿੜਕੀਆਂ ਅਤੇ ਫੁੱਟਪਾਥ ਦੇ ਲਾਲ ਪੇਂਟ ਪਾਉਣ ਤੋਂ ਪਹਿਲਾਂ ਖੇਤਰ ਵਿੱਚ ਇੰਡੀਗੋ ਸਟੋਰ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਤੇ ਪੋਸਟਰ ਚਿਪਕਾਏ ਸਨ। ਘਟਨਾ ਦੇ ਸਮੇਂ CP24 ਦੇ ਕੈਮਰਿਆਂ ਦੀ ਫੁਟੇਜ ਨੇ ਦਿਖਾਇਆ ਕਿ ਪੋਸਟਰਾਂ ਵਿੱਚ ਫੰਡਿੰਗ ਜੈਨੋਸਾਈਡ ਸ਼ਬਦਾਂ ਦੇ ਨਾਲ ਕੰਪਨੀ ਦੇ ਯਹੂਦੀ CEO ਹੀਥਰ ਰਿਸਮੈਨ ਦੀ ਇੱਕ ਤਸਵੀਰ ਪ੍ਰਦਰਸ਼ਿਤ ਕੀਤੀ ਗਈ ਸੀ। ਪਿਛਲੇ ਹਫ਼ਤੇ ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਜਿਸ ਦੀ ਪਛਾਣ ਟੋਰਾਂਟੋ ਦੀ 41 ਸਾਲਾ ਨਿਸ਼ਾ ਟੂਮੀ ਵਜੋਂ ਕੀਤੀ ਗਈ ਸੀ ਨੂੰ ਘਟਨਾ ਦੇ ਸੰਬੰਧ ਵਿੱਚ $5000 ਤੋਂ ਵੱਧ ਦੀ ਸ਼ਰਾਰਤ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਨਿਊਜ਼ ਰਿਲੀਜ਼ ਵਿੱਚ ਟੋਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਕਿ 10 ਹੋਰ ਲੋਕ ਜੋ ਸਾਰੇ ਟੋਰਾਂਟੋ ਦੇ ਵਸਨੀਕ ਹਨ ਇਸ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਜਨਵਰੀ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਸੇਵਾ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਜਾਂਚ ਜਾਰੀ ਹੈ ਤੇ ਇਸ ਘਟਨਾ ਨੂੰ ਇੱਕ ਸ਼ੱਕੀ ਨਫ਼ਰਤ ਪ੍ਰੇਰਿਤ ਅਪਰਾਧ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇੰਡੀਗੋ ਆਪਣੇ ਸੰਸਥਾਪਕ ਦੀ HESEG ਫਾਊਂਡੇਸ਼ਨ ਫॉर ਲੋਨ ਸੋਲਜਰਸ ਨੂੰ ਲੈ ਕੇ ਸਾਲਾਂ ਤੋਂ ਬਾਈਕਾਟ ਮੁਹਿੰਮਾਂ ਦਾ ਵਿਸ਼ਾ ਰਹੀ ਹੈ। ਪਾਕਿਸਤਾਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਗੈਰ ਦਸਤਾਵੇਜ਼ੀ ਸ਼ਰਨਾਰਥੀਆਂ ਤੋਂ $830 ਦੀ ਫੀਸ ਵਸੂਲ ਰਿਹਾ ਹੈ ਜੋ ਦੇਸ਼ ਛੱਡਣਾ ਚਾਹੁੰਦੇ ਹਨ।
ਜਾਣਕਾਰੀ ਮੁਤਾਬਕ ਇਹ ਐਗਜ਼ਿਟ ਫੀਸ ਉਹਨਾਂ ਲੋਕਾਂ ਤੇ ਲਾਗੂ ਹੁੰਦੀ ਹੈ ਜੋ ਬਿਨਾਂ ਵੀਜ਼ਾ ਦੇ ਆਏ ਸਨ। ਅਕਤੂਬਰ ਵਿੱਚ ਪਾਕਿਸਤਾਨ ਨੇ ਐਲਾਨ ਕੀਤਾ ਸੀ ਕਿ ਉਹ 1.7 ਮਿਲੀਅਨ ਗੈਰ ਦਸਤਾਵੇਜ਼ੀ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿੱਚੋਂ ਡਿਪੋਰਟ ਕਰ ਦੇਵੇਗਾ ਜੇਕਰ ਉਹ 1 ਨਵੰਬਰ ਤੱਕ ਨਹੀਂ ਨਿਕਲਦੇ। ਰਿਪੋਰਟ ਮੁਤਾਬਕ ਇਹਨਾਂ ਵਿੱਚੋਂ ਜ਼ਿਆਦਾਤਰ ਅਫਗਾਨੀ ਹਨ, ਜਿਨ੍ਹਾਂ ਵਿੱਚ ਸੈਂਕੜੇ ਹਜ਼ਾਰਾਂ ਲੋਕ ਸ਼ਾਮਲ ਹਨ ਜੋ 2021 ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਫਗਾਨਿਸਤਾਨ ਤੋਂ ਭੱਜ ਗਏ ਸਨ। ਜਿਨ੍ਹਾਂ ਲੋਕਾਂ ਦੇ ਵੀਜ਼ੇ ਦੀ ਮਿਆਦ ਪੁੱਗ ਗਈ ਹੈ, ਉਹਨਾਂ ਤੋਂ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਸਮੇਂ ਤੋਂ ਵੱਧ ਰਹੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਵਾਪਸ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਤੇ ਐਗਜ਼ਿਟ ਫੀਸ ਲਾਗੂ ਨਹੀਂ ਹੁੰਦੀ ਹੈ। ਐਮਨੈਸਟੀ ਇੰਟਰਨੈਸ਼ਨਲ ਵਰਗੇ ਸਮੂਹਾਂ ਦੇ ਅਨੁਸਾਰ ਕਾਬੁਲ ਤਾਲਿਬਾਨ ਦੇ ਹੱਥੋਂ ਡਿੱਗਣ ਤੇ ਪਾਕਿਸਤਾਨ ਪਹੁੰਚੇ ਬਹੁਤ ਸਾਰੇ ਅਫਗਾਨ ਲੋਕਾਂ ਨੂੰ ਦਸਤਾਵੇਜ਼ ਪ੍ਰਾਪਤ ਕਰਨ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਸ਼ਰਨਾਰਥੀ ਕਨਵੈਨਸ਼ਨ ਦਾ ਇੱਕ ਧਿਰ ਨਹੀਂ ਹੈ ਅਤੇ ਉਸਨੇ ਕਿਹਾ ਕਿ ਉਹ ਆਪਣੀਆਂ ਸਰਹੱਦਾਂ ਵਿੱਚ ਰਹਿਣ ਵਾਲੇ ਕਿਸੇ ਵੀ ਅਫਗਾਨ ਨੂੰ ਸ਼ਰਨਾਰਥੀ ਵਜੋਂ ਮਾਨਤਾ ਨਹੀਂ ਦਿੰਦਾ। ਪਾਕਿਸਤਾਨ ਵਿੱਚ ਇੱਕ ਸੀਨੀਅਰ ਡਿਪਲੋਮੈਟ ਨੇ BBC ਨੂੰ ਦੱਸਿਆ ਕਿ ਇਹ ਫੀਸ ਖਾਸ ਤੌਰ ਤੇ ਚਿੰਤਾਜਨਕ ਸੀ ਜਦੋਂ ਇਹ ਉਹਨਾਂ ਲੋਕਾਂ ਤੇ ਲਾਗੂ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਮਨੁੱਖੀ ਆਧਾਰ ਤੇ ਤਬਦੀਲ ਕੀਤਾ ਜਾ ਰਿਹਾ ਸੀ। ਡਿਪਲੋਮੈਟ ਨੇ ਕਿਹਾ ਕਿ ਕੁਝ ਸ਼ੁਰੂਆਤੀ ਸੰਕੇਤ ਮਿਲੇ ਹਨ ਕਿ ਸਰਕਾਰ ਨੀਤੀ ਦੀ ਸਮੀਖਿਆ ਕਰ ਸਕਦੀ ਹੈ, ਜਿਸ ਬਾਰੇ ਉਹਨਾਂ ਨੇ ਕਿਹਾ ਕਿ ਉਹ ਉਤਸ਼ਾਹਜਨਕ ਹਨ। ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਨੇ ਸਮੀਖਿਆ ਦੀ ਸੰਭਾਵਨਾ ਤੇ ਚਰਚਾ ਨਹੀਂ ਕੀਤੀ। UNHCR ਨੇ ਦੱਸਿਆ ਕਿ ਉਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਅਜੇ ਵੀ ਕੋਰੋਨਾ ਵਾਇਰਸ ਦੇ ਵਿਨਾਸ਼ਕਾਰੀ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਇੱਥੇ ਹੁਣ ਤੱਕ ਕੋਵਿਡ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਚੀਨ ਵਿੱਚ ਇੱਕ ਹੋਰ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇੱਥੋਂ ਦੇ ਸਕੂਲਾਂ ਵਿੱਚ ਰਹੱਸਮਈ ਨਮੂਨੀਆ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਇਹ ਚਿੰਤਾਜਨਕ ਸਥਿਤੀ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਦੀ ਯਾਦ ਦਿਵਾਉਂਦੀ ਹੈ। ਬਿਮਾਰ ਬੱਚਿਆਂ ਨੂੰ 500 ਮੀਲ ਉੱਤਰ ਪੂਰਬ ਵਿੱਚ ਬੀਜਿੰਗ ਅਤੇ ਲਿਓਨਿੰਗ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਰਹੱਸਮਈ ਨਮੂਨੀਆ ਫੈਲਣ ਕਾਰਨ ਜ਼ਿਆਦਾਤਰ ਸਕੂਲ ਬੰਦ ਹਨ। ਰਹੱਸਮਈ ਨਮੂਨੀਆ ਤੋਂ ਪ੍ਰਭਾਵਿਤ ਬੱਚਿਆਂ ਵਿੱਚ ਫੇਫੜਿਆਂ ਵਿੱਚ ਸੋਜ ਅਤੇ ਤੇਜ਼ ਬੁਖਾਰ ਸਮੇਤ ਅਸਧਾਰਨ ਲੱਛਣ ਦਿਖਾਈ ਦੇ ਰਹੇ ਹਨ। ਹਾਲਾਂਕਿ ਉਹ ਖੰਘ ਅਤੇ ਫਲੂ, RSV ਅਤੇ ਸਾਹ ਦੀਆਂ ਬਿਮਾਰੀਆਂ ਨਾਲ ਜੁੜੇ ਹੋਰ ਲੱਛਣ ਨਹੀਂ ਦਿਖਾ ਰਹੇ। ਓਪਨ ਐਕਸੈਸ ਨਿਗਰਾਨੀ ਪਲੇਟਫਾਰਮ ਪ੍ਰੋਮੈਡ ਦੁਨੀਆ ਭਰ ਵਿੱਚ ਮਨੁੱਖੀ ਅਤੇ ਜਾਨਵਰਾਂ ਦੀਆਂ ਬਿਮਾਰੀਆਂ ਦੇ ਪ੍ਰਕੋਪ ਦੀ ਨਿਗਰਾਨੀ ਕਰਦਾ ਹੈ। ਇਸ ਨੇ ਮੰਗਲਵਾਰ ਨੂੰ ਅਣਪਛਾਤੇ ਨਮੂਨੀਆ ਦੀ ਇੱਕ ਉੱਭਰ ਰਹੀ ਮਹਾਮਾਰੀ, ਖਾਸ ਕਰਕੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ। ਦਸੰਬਰ 2019 ਦੇ ਅਖੀਰ ਵਿੱਚ ਇੱਕ ਪ੍ਰੋਮੈਡ ਚੇਤਾਵਨੀ ਨੇ ਨਵੇਂ ਵਾਇਰਸ ਬਾਰੇ ਸ਼ੁਰੂਆਤੀ ਚੇਤਾਵਨੀ ਦਿੱਤੀ ਸੀ। ਬਾਅਦ ਵਿੱਚ ਇਸ ਦੀ ਪਛਾਣ SARS-CoV-2 ਵਜੋਂ ਹੋਈ। ਪ੍ਰੋਮੈਡ ਨੇ ਕਿਹਾ ਕਿ ਇਹ ਰਿਪੋਰਟ ਸਾਹ ਦੀ ਅਣਜਾਣ ਬਿਮਾਰੀ ਦੇ ਵਿਆਪਕ ਪ੍ਰਕੋਪ ਦੀ ਚੇਤਾਵਨੀ ਦਿੰਦੀ ਹੈ। ਇਹ ਬਿਲਕੁਲ ਸਪਸ਼ਟ ਨਹੀਂ ਹੈ ਕਿ ਇਹ ਪ੍ਰਕੋਪ ਕਦੋਂ ਸ਼ੁਰੂ ਹੋਇਆ, ਕਿਉਂਕਿ ਇੰਨੇ ਸਾਰੇ ਬੱਚਿਆਂ ਦਾ ਇੰਨੀ ਜਲਦੀ ਪ੍ਰਭਾਵਿਤ ਹੋਣਾ ਆਮ ਗੱਲ ਨਹੀਂ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਭਵਿੱਖਬਾਣੀ ਕਰਨਾ ਬਹੁਤ ਜਲਦਬਾਜ਼ੀ ਹੈ ਕਿ ਇਹ ਇੱਕ ਹੋਰ ਮਹਾਮਾਰੀ ਹੋ ਸਕਦੀ ਹੈ ਜਾਂ ਨਹੀਂ, ਪਰ ਸਾਨੂੰ ਹੁਣ ਤੋਂ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸ਼੍ਰੀਲੰਕਾ ਅਤੇ ਥਾਈਲੈਂਡ ਤੋਂ ਬਾਅਦ ਵੀਅਤਨਾਮ ਹੁਣ ਭਾਰਤੀ ਯਾਤਰੀਆਂ ਨੂੰ ਵੀਜ਼ਾ ਮੁਕਤ ਦਾਖਲੇ ਦੀ ਪੇਸ਼ਕਸ਼ ਕਰਨ ਵਾਲਾ ਡੈਸਟੀਨੇਸ਼ਨ ਬਣ ਸਕਦਾ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੀਅਤਨਾਮ ਦੇ ਸੱਭਿਆਚਾਰ, ਖੇਡ ਅਤੇ ਸੈਰ ਸਪਾਟਾ ਮੰਤਰੀ ਨਗੁਏਨ ਵਾਨ ਹੰਗ ਨੇ ਸੈਰ ਸਪਾਟਾ ਸੁਧਾਰ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਅਤੇ ਚੀਨ ਵਰਗੇ ਪ੍ਰਮੁੱਖ ਬਾਜ਼ਾਰਾਂ ਲਈ ਥੋੜੇ ਸਮੇਂ ਲਈ ਯਾਤਰਾ ਦੇ ਮੌਕਿਆਂ ਦੀ ਘੋਸ਼ਣਾ ਕੀਤੀ ਹੈ। ਵਰਤਮਾਨ ਵਿੱਚ ਸਿਰਫ ਜਰਮਨੀ, ਫਰਾਂਸ, ਇਟਲੀ, ਸਪੇਨ, ਡੈਨਮਾਰਕ, ਸਵੀਡਨ ਅਤੇ ਫਿਨਲੈਂਡ ਦੇ ਨਾਗਰਿਕ ਬਿਨਾਂ ਵੀਜ਼ੇ ਦੇ ਵੀਅਤਨਾਮ ਵਿੱਚ ਦਾਖਲ ਹੋ ਸਕਦੇ ਹਨ। 13 ਵੀਜ਼ਾ ਮੁਕਤ ਦੇਸ਼ਾਂ ਦੇ ਨਾਗਰਿਕਾਂ ਲਈ ਵੀਅਤਨਾਮ ਵਿੱਚ ਰਹਿਣ ਦੀ ਮਿਆਦ 3 ਵਾਰ ਵਧਾ ਦਿੱਤੀ ਗਈ ਹੈ, ਜੋ ਹੁਣ 45 ਦਿਨ ਨਿਰਧਾਰਿਤ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਕੁਝ ਮਹੀਨੇ ਭਾਰਤੀ ਯਾਤਰੀਆਂ ਲਈ ਚੰਗੇ ਰਹੇ ਹਨ। ਥਾਈਲੈਂਡ ਅਤੇ ਸ਼੍ਰੀਲੰਕਾ ਦੋਵਾਂ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਛੋਟਾਂ ਦਾ ਐਲਾਨ ਕੀਤਾ ਹੈ। ਥਾਈਲੈਂਡ ਨੇ 10 ਨਵੰਬਰ ਤੋਂ ਭਾਰਤੀ ਯਾਤਰੀਆਂ ਲਈ ਵੀਜ਼ਾ ਦੀ ਸ਼ਰਤ ਖਤਮ ਕਰ ਦਿੱਤੀ ਸੀ। ਇਸ ਛੋਟ ਨਾਲ ਭਾਰਤੀ ਸੈਲਾਨੀਆਂ ਨੂੰ 30 ਦਿਨ ਰੁਕਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਅਗਲੇ ਸਾਲ 10 ਮਈ ਤੱਕ ਇਸ ਦਾ ਲਾਭ ਲਿਆ ਜਾ ਸਕਦਾ ਹੈ। ਥਾਈਲੈਂਡ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਮੰਗ ਵਧਦੀ ਹੈ ਤਾਂ ਯੋਜਨਾ ਨੂੰ ਵਧਾਉਣ ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਸਾਲ ਅਕਤੂਬਰ ਵਿੱਚ ਸ਼੍ਰੀਲੰਕਾ ਨੇ ਵੀ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਭਾਰਤ, ਚੀਨ ਅਤੇ ਰੂਸ ਸਮੇਤ 7 ਦੇਸ਼ਾਂ ਦੇ ਯਾਤਰੀਆਂ ਲਈ ਵੀਜ਼ਾ ਮੁਕਤ ਦਾਖਲੇ ਦੀ ਪਹਿਲ ਸ਼ੁਰੂ ਕੀਤੀ ਸੀ। ਇਹ ਪਹਿਲ 31 ਮਾਰਚ 2024 ਤੱਕ ਲਾਗੂ ਰਹੇਗੀ। ਇਸ ਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ ਭਾਰਤੀ ਯਾਤਰੀ ਬਿਨਾਂ ਵੀਜ਼ੇ ਦੇ ਸ਼੍ਰੀਲੰਕਾ ਦੀ ਯਾਤਰਾ ਕਰ ਸਕਦੇ ਹਨ। ਡਬਲਿਨ ਸਿਟੀ ਸੈਂਟਰ ਵਿੱਚ ਚਾਕੂ ਦੇ ਹਮਲੇ ਵਿੱਚ ਇੱਕ 5 ਸਾਲਾ ਕੁੜੀ ਅਤੇ 30 ਸਾਲਾਂ ਦੀ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਅਤੇ 3 ਹੋਰ ਲੋਕ ਜ਼ਖਮੀ ਹੋ ਗਏ ਹਨ। ਪਾਰਨੇਲ ਸਕੁਆਇਰ ਇਸ ਦੇ ਬੱਚਿਆਂ ਦੇ ਸਕੂਲ ਦੇ ਬਾਹਰ ਇੱਕ ਹੋਰ 6 ਸਾਲ ਦੀ ਕੁੜੀ ਅਤੇ ਇੱਕ 5 ਸਾਲ ਦੇ ਮੁੰਡੇ ਨੂੰ ਵੀ ਚਾਕੂ ਮਾਰਿਆ ਗਿਆ। ਜਿਸ ਥਾਂ ਤੇ ਪ੍ਰਦਰਸ਼ਨਕਾਰੀਆਂ ਦੀ ਭੀੜ ਇਕੱਠੀ ਹੋਣ ਤੋਂ ਬਾਅਦ ਹਮਲਾ ਹੋਇਆ, ਉਸ ਦੇ ਨੇੜੇ ਹਿੰਸਕ ਦ੍ਰਿਸ਼ ਸਾਹਮਣੇ ਆਏ। ਪੁਲਿਸ ਨੇ ਕਿਹਾ ਕਿ ਹਮਲੇ 'ਚ ਗੰਭੀਰ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਕਿਹਾ ਕਿ ਉਹ ਇਸ ਸਮੇਂ ਕਿਸੇ ਹੋਰ ਵਿਅਕਤੀ ਦੀ ਭਾਲ ਨਹੀਂ ਕਰ ਰਹੇ ਹਨ ਅਤੇ ਜਾਂਚ ਦੀ ਇੱਕ ਨਿਸ਼ਚਿਤ ਲਾਈਨ ਦੀ ਪਾਲਣਾ ਕਰ ਰਹੇ ਹਨ। ਹਮਲੇ ਤੋਂ ਬਾਅਦ ਪ੍ਰਦਰਸ਼ਨਕਾਰੀ ਖੇਤਰ ਵਿੱਚ ਇਕੱਠੇ ਹੋ ਗਏ, ਜਿਸ ਕਾਰਨ ਉਹਨਾਂ ਅਧਿਕਾਰੀਆਂ ਨਾਲ ਝੜਪਾਂ ਹੋਈਆਂ ਜਿਨ੍ਹਾਂ ਨੇ ਦੰਗਾ ਸ਼ੀਲਡਾਂ ਅਤੇ ਡੰਡਿਆਂ ਦੀ ਵਰਤੋਂ ਕੀਤੀ ਸੀ। ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਹਿੰਸਾ ਦੌਰਾਨ ਇੱਕ ਕਾਰ, ਇੱਕ ਟ੍ਰੈਮ ਅਤੇ ਇੱਕ ਬੱਸ ਸਮੇਤ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਓਕਨੋਲ ਸਟਰੀਟ ਤੇ ਇੱਕ ਦੁਕਾਨ ਲੁੱਟੀ ਗਈ ਜਦਕਿ ਹੋਰ ਦੁਕਾਨਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਟ੍ਰਿਨਿਟੀ ਕਾਲਜ ਜੋ ਕਿ ਡਬਲਿਨ ਦੇ ਸ਼ਹਿਰ ਦੇ ਕੇਂਦਰ ਵਿੱਚ ਨੇੜੇ ਹੈ, ਹਿੰਸਕ ਝੜਪ ਦੇ ਕਾਰਨ ਇਸ ਦੇ ਕੈਂਪਸ ਦੇ ਸਾਰੇ ਗੇਟਾਂ ਤੇ ਤਾਲਾ ਲਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਤਾਇਓ ਇਸੇਚ ਲਿਓ ਵਰਾਡਕਰ ਨੇ ਕਿਹਾ ਕਿ ਮੌਕੇ ਤੇ ਕਾਬੂ ਪਾਉਣ ਲਈ ਵਾਧੂ ਪੁਲਿਸ ਰੋ ਤਾਇਨਾਤ ਕੀਤੇ ਗਏ ਹਨ। ਉਹਦੇ ਹੀ ਗਾਰਡਾ ਪੁਲਿਸ ਦੇ ਕਮਿਸ਼ਨਰ ਡ੍ਰਿਓ ਹੈਰਿਸ ਨੇ ਹਿੰਸਾ ਦਾ ਦੋਸ਼ ਪਾਗਲ ਗੁੰਡੇ ਧੜੇ ਤੇ ਲਗਾਇਆ ਜੋ ਹਿੰਸਾ ਵਿੱਚ ਸ਼ਾਮਲ ਸੀ ਕਿਉਂਕਿ ਪੁਲਿਸ ਨੇ ਕ੍ਰਾਈਮ ਸੀਨ ਤੇ ਹੋਏ ਹਮਲਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਕਹਿੰਦੇ ਹਾਂ। ਸੋਸ਼ਲ ਮੀਡੀਆ ਤੇ ਫੈਲ ਰਹੀ ਗਲਤ ਜਾਣਕਾਰੀ ਅਤੇ ਅਫਵਾਹਾਂ ਨੂੰ ਨਾ ਸੁਣਿਆ ਜਾਵੇ। ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਸੁਪਰਡੈਂਟੈਂਟ ਲਿਆਮ ਗੇਰਾਗਟੀ ਨੇ ਕਿਹਾ ਕਿ ਕੁੜੀ ਹਸਪਤਾਲ ਵਿੱਚ ਐਮਰਜੈਂਸੀ ਦੇਖਭਾਲ ਪ੍ਰਾਪਤ ਕਰ ਰਹੀ ਹੈ ਜਦੋਂ ਕਿ 6 ਸਾਲ ਦੀ ਇੱਕ ਹੋਰ ਕੁੜੀ ਅਤੇ ਇੱਕ 5 ਸਾਲ ਦਾ ਮੁੰਡਾ ਘੱਟ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।